ਇਉਂ ਕਦੋਂ ਮੈਥੋਂ ਤਾਂ ਗੰਗਾ ਤੇ ਨਹੀਂ ਜਾਇਆ ਜਾਣਾ, ਪਰ ਇਉਂ ਕਰ ਮੇਰਾ ਆ ਇੱਕ ਦਮੜੀ ਇੱਕ ਟਕਾ ਲੈ ਜਾ ਤੇ ਮੇਰਾ ਗੰਗਾ ਨੂੰ ਇਹ ਭੇਟ ਦੇ ਦੇਵੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਮੇਰੀ ਇਹ ਭੇਟਾ ਗੰਗਾ ਨੂੰ ਦੇ ਦੇਵੀਂ। ਰਵਿਦਾਸ ਜੀ ਕਹਿੰਦੇ ਸ਼ਰਤ ਇੱਕ ਹੈ ਪੰਡਤ ਜੀ, ਪਾਣੀ ਵਿੱਚ ਵਗਾ ਕੇ ਨਾ ਸਿੱਟ ਦੇਈ। ਜੇ ਗੰਗਾ ਹੱਥ ਬਾਹਰ ਕੱਢ ਕੇ ਲਵੇ ਤਾਂ ਇਹ ਮੇਰੀ ਭੇਟਾ ਦੇਈ, ਤੇ ਜੇ ਹੱਥ ਬਾਹਰ ਨਾ ਕੱਢਿਆ ਏ ਮੇਰੀ ਭੇਟਾ ਵਾਪਸ ਲੈ ਆਵੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਇਹ ਗੱਲਾਂ ਆਮ ਬੰਦਿਆਂ ਦੇ ਹਿਸਾਬ ਚੋਂ ਬਾਹਰ ਹੈ। ਜਿਨ੍ਹਾਂ ਦੀਆਂ ਰੱਬ ਦੇ ਨਾਲ ਲੱਗ ਗਈਆਂ ਨਾ, ਜਿਹੜੇ ਰੱਬ ਨਾਲ ਗੱਲਾਂ ਕਰਦੇ ਨੇ, ਉਹਨਾਂ ਦੀਆਂ ਫਿਰ ਦੁਨਿਆਵੀ ਲੋਕਾਂ ਤੋਂ ਵੱਖਰੀਆਂ ਹੀ ਹੋ ਜਾਂਦੀਆਂ ਨੇ। ਭਗਤਾਂ ਕੀ ਚਾਲ ਨਿਰਾਲੀ, ਭਗਤਾਂ ਦੀ ਦੁਨਿਆਵੀ ਲੋਕਾਂ ਨਾਲੋਂ ਵੱਖਰੀ ਚਾਲ ਹੁੰਦੀ ਹੈ। ਤੇ ਜਿਨ੍ਹਾਂ ਦੀ ਰੱਬ ਨਾਲ ਜੁੜ ਗਈ ਉਹਨਾਂ ਦੀ ਦੁਨਿਆਵੀ ਲੋਕਾਂ ਦੇ ਨਾਲੋਂ ਟੁੱਟ ਜਾਂਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਰਵਿਦਾਸ ਜੀ ਰੱਬ ਦੇ ਨਾਲ ਜੁੜੇ ਹੋਏ ਨੇ। ਕੀ ਜਿਨ੍ਹਾਂ ਦੀ ਰੱਬ ਨਾਲ ਲੱਗ ਗਈ, ਉਹ ਲੱਗ ਗਈਆਂ ਜੀ ਦੀਆਂ ਦਾਤਾਰ ਨਾਲ ਅੱਖੀਆਂ, ਲੱਗ ਗਈਆਂ ਜੀ ਦੀਆਂ ਦਾਤਾਰ ਨਾਲ ਦੁਨਿਆਵੀ ਲੋਕਾਂ ਦੇ ਨਾਲ ਤੋੜ ਲੈਂਦੇ। ਰਵਿਦਾਸ ਜੀ ਕਹਿੰਦੇ ਪੰਡਤ ਜੀ ਇਉਂ ਕਰ ਆਪ ਟਕਾ ਲੈ ਦੇ। ਸ਼ਰਤ ਹੈ ਇੱਕ ਗੰਗਾ ਪਾਣੀ ਚ ਵਗਾ ਕੇ ਨਾ ਸਿੱਟ ਦੇਈ ਜਿਵੇਂ ਆਮ ਲੋਕ ਸਿੱਟਦੇ ਨੇ। ਜੇ ਗੰਗਾ ਹੱਥ ਬਾਹਰ ਕੱਢੇ ਫਿਰ ਇਹ ਭੇਟਾ ਦੇਈ, ਕਿਉਂਕਿ ਮੇਰੀ ਇਹ ਦਸਾਂ ਨਾਹਾਂ ਦੀ ਕਿਰਤ ਕਮਾਈ ਹੈ। ਨਹੀਂ ਵਾਪਸ ਲੈ ਆਈ। पंडित सोचता है, बड़े बड़े विद्वान लोग मैं देखे ने उत्थे आउंदे, हर साल जाना मैं, पर अज तक गंगा ने किसी की भेटा हाथ बाहर कढ़ के नहीं लई। ते आ रविदास ये सूदर चमार इहदा काम भी जुत्तियां कढ़ना, इहदी भेटा कित्थों गंगा बाहर हाथ कढ़ के लवे? ये नहीं हो सकता। भरोसा नहीं, विश्वास नहीं, सरदा नहीं। गुरमुखो
ਚਲੋ ਚਲਿਆ ਗਿਆ। ਗੰਗਾ ਤੇ ਗਿਆ, ਇਸ਼ਨਾਨ ਕੀਤਾ ਪਹਿਲਾਂ ਆਪਣਾ। ਸੋਚਦਾ ਪੰਡਤ, ਕਹਿੰਦਾ ਮੈਨੂੰ ਪਤਾ ਵੀ ਗੰਗਾ ਨੇ ਹੱਥ ਬਾਹਰ ਨਹੀਂ ਕੱਢਣਾ, ਪਰ ਮੈਂ ਰਵਿਦਾਸ ਨੂੰ ਕਹਿਣ ਜੋਗਰਾ ਤਾਂ ਹੋ ਜਾਏ ਵੀ ਰਵਿਦਾਸ ਜੀ ਕੀ ਕੋਈ ਗੰਗਾ ਨੇ ਹੱਥ ਨਹੀਂ ਬਾਹਰ ਕੱਢਿਆ, ਆ ਤੱਕ ਤੇਰਾ ਟਕਾ ਹੈ, ਮੈਂ ਕਹਿਣ ਜੋਗਰਾ ਤਾਂ ਹੋ ਜਾ। ਕਹਿੰਦੇ ਇਸ਼ਨਾਨ ਕਰਕੇ ਹੱਥ ਜੋੜ ਕੇ ਬੇਨਤੀ ਕੀਤੀ, ਐ ਗੰਗਾ, ਇੱਕ ਸੂਦਰ ਚਮਾਰ ਜੁੱਤੀਆਂ ਗਣਦਾ ਹੈ, ਰਸਤੇ ਵਿੱਚ ਮਿਲਿਆ ਏ, ਉਹਨੇ ਇੱਕ ਟਕਾ ਦਿੱਤਾ ਹੈ, ਸ਼ਰਤ ਰੱਖੀ ਸੀ ਵੀ ਜੇ ਗੰਗਾ ਹੱਥ ਬਾਹਰ ਕੱਢ ਕੇ ਲਵੇ ਭੇਟਾ ਤਾਂ ਦੇਵੀਂ, ਆਖੋ ਸਤਨਾਮ ਵਾਹਿਗੁਰੂ। ਕਹਿੰਦੇ ਪੰਡਤ ਨੂੰ ਕਹਿਣ ਦੀ ਦੇਰ ਸੀ ਤੇ ਗੰਗਾ ਨੇ ਸੱਚਮੁੱਚ ਆਪਣਾ ਹੱਥ ਬਾਹਰ ਕੱਢਿਆ, ਆਖੋ ਸਤਨਾਮ ਵਾਹਿਗੁਰੂ। ਜਦੋਂ ਹੱਥ ਬਾਹਰ ਕੱਢਿਆ ਨਾ, ਕਹਿੰਦੇ ਜਿਹੜੇ ਦੇਖਣ ਵਾਲੇ ਇਕੱਠ ਬੜਾ ਜ਼ਿਆਦੇ, ਵੱਡੇ ਵੱਡੇ ਪੰਡਤ, ਉੱਚੀ ਜਾਤੀ ਦਾ ਹੰਕਾਰ ਕਰਨ ਵਾਲੇ ਹੈਰਾਨ ਰਹਿ ਗਏ ਤੇ ਪੰਡਤ ਵੀ ਹੈਰਾਨ ਹੋ ਗਿਆ ਏ। ਤੇ ਸਾਰਿਆਂ ਦੇ ਪੱਖੋਂ ਇੱਕੋ ਹੀ ਗੱਲ ਨਿਕਲਦੀ ਹੈ, ਧੰਨ ਰਵਿਦਾਸ, ਧੰਨ ਰਵਿਦਾਸ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀਆਂ ਦੀ ਜੈ ਜੈਕਾਰ ਹੋਣ ਲੱਗੀ ਉਸ ਵੇਲੇ। ਆਓ ਪੜੀਏ। ਹੋ ਰਹੀ ਹੈ ਤੇਰੀ ਜੈ ਜੈਕਾਰ, ਹੋ ਰਹੀ ਹੈ ਤੇਰੀ ਜੈ ਜੈਕਾਰ, ਜੈ ਜੈਕਾਰ ਹੋਣ ਲੱਗੀ। ਇਕੱਠ ਦੇਖਿਆ ਹੈਰਾਨ ਹੋ ਗਈ ਸਾਰੀ ਦੁਨੀਆ ਹੈ। ਅੱਜ ਤੱਕ ਇਦਾਂ ਦਾ ਕੌਤਕ ਨਹੀਂ ਦੇਖੀ ਵੀ ਗੰਗਾ ਨੇ ਹੱਥ ਬਾਹਰ ਕੱਢ ਕੇ ਕਿਸੇ ਦੀ ਭੇਟਾ ਲਈ ਹੋਵੇ। ਆ ਸੱਚਮੁੱਚ ਆਪਾਂ ਆਮ ਤਸਵੀਰਾਂ ਦੇ ਵਿੱਚ ਵੀ ਦੇਖਦੇ ਹਾਂ ਵੀ ਪਾਣੀ ਦੇ ਵਿੱਚੋਂ ਹੱਥ ਬਾਹਰ ਕੱਢਿਆ ਹੈ। ਸਤ ਸੰਗਤ ਰਵਿਦਾਸ ਮਹਾਰਾਜ ਜੀ ਦੀ ਜੈ ਜੈਕਾਰ ਹੋਣ ਲੱਗੀ ਤੇ ਪੰਡਤ ਨੇ ਉਹ ਭੇਟਾ ਦਿੱਤੀ। ਆਵਾਜ਼ ਆ ਰਹੀ ਹੈ, ਪੰਡਤ ਜੀ ਅਸੀਂ ਤਾਂ ਸਮੇਂ ਤੋਂ ਤਰਸ ਰਹੇ ਸੀ ਵੀ ਕਦੋਂ ਰਵਿਦਾਸ ਦੀ ਭੇਟ ਕਰਨ, ਆਪਣੀ ਵਸਤੂ ਭੇਜਣ ਕੋਈ, ਔਰ ਰਵਿਦਾਸ ਜੀਆਂ ਦਾ ਟਕਾ ਉਹ ਭੇਟ ਕੀਤਾ। ਨਮਸਕਾਰ ਕੀਤੀ ਪੰਡਤ ਗੰਗਾ ਰਾਮ ਨੇ, ਨਮਸਕਾਰ ਕੀਤੀ। ਹੁਣ ਜਦ ਤੁਰਨ ਲੱਗਿਆ ਆਵਾਜ਼ ਆਈ, ਪੰਡਤ ਜੀ ਇਹ ਰਵਿਦਾਸ ਜੀਆਂ ਦੀ ਭੇਟਾ ਪ੍ਰਵਾਨ ਹੈ ਤੇ ਲਓ ਆ ਰਵਿਦਾਸ ਜੀਆਂ ਦੇ ਵਾਸਤੇ ਸਾਡੀ ਵੀ ਭੇਟਾ ਲੈਂਦੇ ਜਾਓ। ਆਖੋ ਸਤਨਾਮ ਵਾਹਿਗੁਰੂ। ਇੱਕ ਬੜਾ ਅਮੋਲਕ, ਬੜਾ ਸੋਹਣਾ ਸੁੰਦਰ ਕੰਗਣ ਹੀਰੇ ਮੋਤੀਆਂ ਦੇ ਨਾਲ ਜੜਿਆ ਹੋਇਆ ਹੈ। ਪੰਡਤ ਨੂੰ ਪੜਾਇਆ, ਲੈ ਪੰਡਤ ਜੀ ਆ ਕੰਗਣ ਰਵਿਦਾਸ ਜੀਆਂ ਵਾਸਤੇ ਵੀ ਸਾਡੀ ਭੇਟਾ ਲੈ ਜਾਏ। ਹੈਰਾਨ ਹੋ ਗਏ ਸਾਰੇ। ਰਵਿਦਾਸ ਜੀਆਂ ਦੀ ਜੈ ਜੈਕਾਰ ਹੋ ਰਹੀ ਹੈ ਤੇ ਹੁਣ ਬਹੁਤੇ ਜ਼ਿਆਦੇ ਸੜਨ ਵਾਲੇ ਵੀ, ਉੱਚੀ ਜਾਤੀ ਦਾ ਹੰਕਾਰ ਕਰਨ ਵਾਲੇ ਅੰਦਰੋਂ ਅੰਦਰ ਸੜ ਗਏ ਵੀ ਹੁਣ ਸਾਡੀਆਂ ਝੂਠ ਦੀਆਂ ਦੁਕਾਨਾਂ ਬੰਦ ਹੋਣਗੀਆਂ। ਸੜ ਰਹੇ ਨੇ। ਕਹਿੰਦੇ ਹੁਣ ਪੰਡਤ ਨੂੰ ਕੰਗਣ ਦਿੱਤਾ ਹੈ, ਤੁਰਿਆ ਆ ਰਿਹਾ ਹੈ। ਆਉਂਦਿਆਂ ਆਉਂਦਿਆਂ ਨਾ ਮਨ ਦੇ ਵਿੱਚ
ਗੁਰਮੁਖੋ ਇਹ ਮਨ ਦਾ ਬਦਲਣ ਦਾ ਪਤਾ ਨਹੀਂ ਲੱਗਦਾ। ਇੱਕ ਪੈਰ ਚੱਕ ਕੇ ਜਦੋਂ ਨੂੰ ਅਗਲਾ ਧਰਦੇ ਆ ਨਾ, ਇੰਨੇ ਸਮੇਂ ਦੇ ਵਿੱਚ ਅੱਖ ਦੇ ਝਮਕਣ ਦੇ ਸਮੇਂ 'ਚ ਮਨ ਬਦਲ ਜਾਂਦਾ ਹੈ। ਕਹਿੰਦਾ ਪੰਡਤ ਦਾ ਨਾ ਮਨ ਬੇਈਮਾਨ ਹੋ ਗਿਆ। ਗੁਰਮੁਖੋ ਇਹ ਮਾਇਆ ਨਾ ਵੱਡਿਆਂ ਵੱਡਿਆਂ ਨੂੰ ਬਦਲ ਦਿੰਦੀ ਹੈ। ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਝੋਲਾ। ਵੱਡਿਆਂ ਵੱਡਿਆਂ ਦਾ ਮਨ ਬੇਈਮਾਨ ਕਰ ਦਿੰਦੀ ਹੈ। ਕਹਿੰਦੇ ਪੰਡਤ ਗੰਗਾ ਰਾਮ ਨੇ ਸੋਚਿਆ, ਓਏ ਮਨਾ ਘਰ ਵਿੱਚ ਗਰੀਬੀ ਹੈ, ਤੇ ਦੂਸਰਾ ਰਵਿਦਾਸ ਚਮਾਰ ਨੂੰ ਕੀ ਪਤਾ ਹੋਵੇਗਾ ਵੀ ਗੰਗਾ ਨੇ ਵੀ ਇਹ ਕੰਗਣ ਦਿੱਤਾ ਹੈ। ਅੱਜ ਤੋਂ ਬੜਾ ਸੋਸ਼ਲ ਮੀਡੀਆ ਹੈ, ਇੱਥੇ ਕੋਈ ਗੱਲ ਹੋਵੇ ਸਕਿੰਟਾਂ ਦੇ ਹਿਸਾਬ ਨਾਲ ਕੈਨੇਡਾ ਅਮਰੀਕਾ ਦੇ ਵਿੱਚ ਪਹੁੰਚ ਜਾਂਦੀ ਹੈ। ਗੁਰਮੁਖ ਉਸ ਵੇਲੇ ਏਦਾਂ ਦਾ ਨਹੀਂ ਸੀ। ਪੰਡਤ ਕਹਿੰਦਾ ਵੀ ਰਵਿਦਾਸ ਨੂੰ ਕੀ ਪਤਾ ਲੱਗੇਗਾ ਵੀ ਭੇਟਾ ਇਹ ਕੰਗਣ ਦਿੱਤਾ ਹੈ, ਕਿਉਂ ਨਾ ਮਨਾ ਆਪਣੇ ਘਰ ਹੀ ਲੈ ਚਲੇ ਗਏ। ਮਨ ਬੇਈਮਾਨ ਹੋ ਗਿਆ। ਪਾਪ ਬੁਰਾ ਪਾਪੀ ਕੋ ਪਿਆਰਾ। ਸਤ ਸੰਗਤ ਹੁਣ ਘਰ ਨੂੰ ਚਲਿਆ ਗਿਆ। ਹੁਣ ਰਵਿਦਾਸ ਜੀਆਂ ਦੇ ਕੋਲ ਦੀ ਨਹੀਂ ਲੰਘਿਆ, ਹੁਣ ਰਸਤਾ ਬਦਲ ਦਿੱਤਾ ਹੈ, ਹੋਰ ਪਾਸੇ ਦੀ ਚਲਿਆ ਗਿਆ। ਦੇਖੋ ਗੁਰਮੁਖੋ ਇੱਕ ਝੂਠ ਨੂੰ ਲੁਕਾਉਣ ਵਾਸਤੇ ਨਾ ਤੇ ਹੋਰ ਲੱਖਾਂ ਝੂਠ ਹੋਰ ਮਾਰਨੇ ਪੈਂਦੇ। ਚਲਿਆ ਗਿਆ, ਮਨ ਅੰਦਰ ਸੋਚਦਾ ਵੀ ਘਰੇ ਲੈ ਜਾਵਾਂਗਾ। ਘਰੇ ਗਿਆ ਆ, ਸਭ ਤੋਂ ਪਹਿਲਾਂ ਆਪਣੀ ਘਰ ਵਾਲੀ ਕੋਲੇ ਜਾ ਕੇ ਝੂਠ ਬੋਲ ਦਿੱਤਾ। ਕਹਿੰਦਾ ਭਗਵਾਨ ਨੇ ਦੇਖ, ਮੈਂ ਗੰਗਾ ਤੇ ਗਿਆ ਸੀ ਇਸ਼ਨਾਨ ਕਰਨ ਵਾਸਤੇ, ਤੇ ਮੇਰੇ ਸ਼ਰਧਾਲੂ ਮੇਰੇ ਸੇਵਕ ਬੜੇ ਨੇ ਉੱਥੇ, ਮੈਨੂੰ ਪਿਆਰ ਕਰਨ ਵਾਲੇ ਮੇਰੇ ਸ਼ਰਧਾਲੂ ਬਹੁਤ ਜ਼ਿਆਦੇ ਨੇ। ਦੇਖ ਮੈਨੂੰ ਆ ਮੇਰੇ ਸੇਵਾਦਾਰਾਂ ਨੇ ਕੰਗਣ ਭੇਟ ਕੀਤਾ, ਮੈਨੂੰ ਇਹ ਘਰ ਵਾਲੀ ਨੂੰ ਦਿਖਾਇਆ। ਇਹ ਘਰ ਵਾਲੀ ਦਾ ਚਾਵੜਾ ਚੱਕਿਆ ਜਾਵੇ। ਹੁਣ ਕੰਗਣ ਦੇਖਿਆ, ਇੰਨਾ ਕੀਮਤੀ ਕੰਗਣ। ਪੰਡਤ ਜੀ ਇੰਨਾ ਸਤਿਕਾਰ ਹੈ ਤੁਹਾਡਾ, ਮੇਰਾ ਬੜਾ ਸਤਿਕਾਰ ਹੈ। ਦੇਖੋ ਝੂਠ ਬੋਲ ਦਿੱਤਾ ਹੈ। ਹੁਣ ਕਹਿੰਦਾ ਸਰਤ ਇੱਕ ਹੈ, ਸਾਂਭ ਕੇ ਰੱਖੀ ਕਰੇ, ਦਿਖਾ ਨਾ ਦੇ ਕਿਸੇ ਨੂੰ। ਘਰ ਸਾਂਭ ਕੇ ਰੱਖ ਦਿੱਤਾ ਹੁਣ ਕੰਗਣ। ਘਰ ਦੇ ਵਿੱਚ ਗਰੀਬੀ ਬਹੁਤ ਹੈ। ਸੁਧਾਰਨ ਦਾ ਪੰਡਤ ਗੰਗਾ ਰਾਮ ਕੁਝ ਸਮਾਂ ਬਤੀਤ ਹੁੰਦਾ। ਅੱਜ ਕੱਲ ਹੋਰ ਹੌਲੀ ਹੌਲੀ ਇੱਕ ਦਿਨ ਪੰਡਤ ਦੇ ਘਰ ਵਾਲੀ ਕਹਿੰਦੀ, ਪੰਡਤ ਜੀ ਮੈਨੂੰ ਨਹੀਂ ਪਤਾ ਵੀ ਕਿੰਨਾ ਕੀਮਤੀ ਕੰਗਣ ਆ, ਤੁਸੀਂ ਕਹਿੰਦੇ ਹੋ ਬੜਾ ਕੀਮਤੀ ਕੰਗਣ ਹੈ, ਤੇ ਆਪਾਂ ਨੂੰ ਕੀ ਫਾਇਦਾ ਕੰਗਣ ਦਾ? ਸ਼ਹਿਰ ਵਿੱਚ ਵੇਚ ਦਿੰਦੇ ਆ, ਵੇਚ ਕੇ ਕੋਈ ਮਾਇਆ ਆਵੇਗੀ, ਚੰਗਾ ਘਰ ਪਾਲਾਂਗੇ, ਕੋਈ ਕੱਪੜਾ ਲੀੜਾ ਚੱਜਦਾ ਪਾਲਾਂਗੇ, ਆਪਣੇ ਇੱਥੇ ਕੀ ਪਿਆ, ਇੱਥੇ ਫਾਇਦਾ ਇਹਦਾ। ਪੰਡਤ ਸੋਚਦਾ ਵੀ ਹੁਣ ਤਾਂ ਕਾਫੀ ਸਮਾਂ ਹੋ ਗਿਆ ਵੀ ਸ਼ਹਿਰ ਵਿੱਚ ਵੇਚ ਦਿੰਦੇ ਆ, ਕੋਈ ਚੱਜਦਾ ਘਰ ਬਾਹਰ ਪਾਲਾਂਗੇ। ਸ਼ਹਿਰ ਵਿੱਚ ਵੇਚਣ ਵਾਸਤੇ ਚਲਿਆ ਗਿਆ। ਜਦ ਵੇਚਣ ਵਾਸਤੇ ਗਿਆ, ਦੁਕਾਨ ਤੇ ਗਿਆ ਨਾ, ਜਦ ਦੁਕਾਨਦਾਰ ਨੂੰ ਦਿਖਾਇਆ ਹੈ, ਦੁਕਾਨਦਾਰ ਨੇ ਦੇਖਿਆ ਹੈ, ਕਹਿੰਦਾ ਇੰਨਾ ਹੀਰੇ ਮੋਤੀ ਲੱਗੇ ਨੇ, ਇੰਨਾ ਮਹਿੰਗਾ ਕੰਗਣ ਪਰ ਪੰਡਤ ਕੋਲ ਕਿਵੇਂ ਆ ਗਿਆ? ਦੁਕਾਨਦਾਰ ਕਹਿੰਦਾ ਸ਼ਾਇਦ ਇਹਨੇ ਕਿਸੇ ਰਾਜੇ ਦੀ ਚੋਰੀ ਕੀਤੀ ਹੋਣੀ, ਤੇ ਜੇ ਮੈਂ ਚੋਰੀ ਦਾ ਸਮਾਨ ਮੈਂ ਰੱਖ ਲਿਆ, ਕੱਲ ਨੂੰ ਉੱਚ ਪੜਤਾਲ ਹੋਈ, ਰਾਜਾ ਮੈਨੂੰ ਖਿੱਚੀ ਫਿਰੇਗਾ। ਕਹਿੰਦੇ ਪੰਡਤ ਨੂੰ ਤਾਂ ਬਿਠਾਇਆ ਦੁਕਾਨ ਤੇ। ਉਹ ਦੁਕਾਨਦਾਰ ਗਾਜੀਪੁਰ ਦੇ ਰਾਜੇ ਚੰਦਰ ਪ੍ਰਤਾਪ ਕੋਲ ਚਲਿਆ ਗਿਆ। ਰਾਜੇ ਕੋਲ ਜਾ ਕੇ ਕਹਿ ਦਿੱਤਾ, ਜੀ ਇੱਕ ਪੰਡਤ ਹੈ, ਇਹ ਬੜਾ ਮਹਿੰਗਾ ਕੰਗਣ ਹੈ, ਉਹਦੇ ਕੋਲ ਮੈਨੂੰ ਲੱਗਦਾ ਹੈ ਤੁਹਾਡੇ ਪਹਿਲਾਂ ਜੋ ਚੋਰੀ ਕਰਕੇ ਲਿਆਇਆ ਹੋਵੇ, ਜਰਾ ਦੇਖੋ, ਚੈੱਕ ਕਰੋ। ਤੇ ਰਾਜੇ ਨੇ ਹੁਕਮ ਕਰ ਦਿੱਤਾ ਵੀ ਜਾਓ, ਪੰਡਤ ਨੂੰ ਮੇਰੀ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇ, ਨਾਲ ਕੰਗਣ ਲਿਆਂਦਾ ਜਾਵੇ। ਸਿਪਾਹੀ ਆ ਗਏ, ਪਕੜ ਕੇ ਲੈ ਗਏ। ਜਦੋਂ ਪਕੜੇ, ਪੰਡਤ ਸੋਚਦਾ ਹੋਏ ਮਨਾ
ਝੂਠ ਬੋਲਿਆ ਸੀ ਤੇ ਹੁਣ ਝੂਠ ਦੀ ਸਜ਼ਾ ਮਿਲੇਗੀ ਜ਼ਰੂਰ। ਗਲਤ ਕੰਮ ਕਰ ਦਿੱਤਾ ਹੈ। ਜਦ ਪਕੜ ਕੇ ਲੈ ਕੇ ਗਏ ਰਾਜੇ ਕੋਲ ਤੇ ਨਾਲ ਕੰਗਣ ਰਾਜੇ ਨੂੰ ਫੜਾਇਆ ਨਾ ਜਾ। ਰਾਜੇ ਦੀ ਘਰ ਵਾਲੀ ਰਾਣੀ ਨੇ ਕੰਗਣ ਚੱਕਿਆ ਤੇ ਆਪਣੇ ਹੱਥ ਵਿੱਚ ਪਾ ਲਿਆ। ਬੜਾ ਸੋਹਣਾ ਕੰਗਣ ਤੇ ਰਾਣੀ ਦੀਆਂ ਗੋਲੀਆਂ ਨੌਕਰਾਣੀਆਂ ਕਹਿਣ ਲੱਗੀਆਂ, ਰਾਣੀ ਜੀ ਕੰਗਣ ਬੜਾ ਸੋਹਣਾ ਤੁਹਾਡੇ ਹੱਥ ਵਿੱਚ ਵੀ ਬਹੁਤ ਸੋਹਣਾ ਲੱਗਦਾ ਹੈ। ਇਹਦੀ ਗੱਲ ਤਾਂ ਬਣੇ ਜੇ ਇਹਦੇ ਨਾਲ ਦਾ ਕੰਗਣ ਦੂਸਰੇ ਹੱਥ ਵਿੱਚ ਵੀ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਦੂਜੇ ਹੱਥ ਵਿੱਚ ਵੀ ਕੰਗਣ ਹੋਵੇ ਗੱਲ ਤਾਂ ਬਣੇ। ਰਾਣੀ ਨੇ ਰਾਜੇ ਨੂੰ ਕਹਿ ਦਿੱਤਾ ਹੈ। ਰਾਜਾ ਪੰਡਤ ਗੰਗਾ ਰਾਮ ਨੂੰ ਕਹਿੰਦਾ, ਪੰਡਤ ਜੀ ਮੈਂ ਨਹੀਂ ਪੁੱਛਦਾ ਵੀ ਇਹ ਕੰਗਣ ਕਿੱਥੋਂ ਆਇਆ, ਕਿਵੇਂ ਲਿਆਂਦਾ, ਕਿੰਨੇ ਦਾ ਹੈ। ਕਹਿੰਦਾ ਜਿੰਨੀ ਮਾਇਆ ਚਾਹੀਦੀ ਹੈ ਮੂੰਹੋਂ ਮੰਗ ਲੈ, ਤੈਨੂੰ ਦੇਵਾਂਗੇ। ਬਿਲਕੁਲ ਇਹਦੇ ਨਾਲ ਦਾ ਕੰਗਣ ਚਾਹੀਦਾ ਹੈ, ਬਿਲਕੁਲ ਇਹਦੇ ਨਾਲ ਦਾ ਕੰਗਣ ਸਾਨੂੰ ਬਣਾ ਕੇ ਦੇ ਦੇ। ਮਾਇਆ ਜਿੰਨੀ ਮਰਜੀ ਅੱਜ ਤੋਂ 8 ਦਿਨ ਦਿੱਤੇ ਤੇ ਜੇ ਨਾ ਕੰਗਣ ਲਿਆਂਦਾ ਫਿਰ ਸ਼ਰਤ ਇੱਕ ਹੈ, ਤੈਨੂੰ ਮੌਤ ਦੇ ਘਾਟ ਉਤਾਰਿਆ ਜਾਵੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਜਾ ਚਲਿਆ ਜਾ, ਮਾਇਆ ਜਿੰਨੀ ਮਰਜ਼ੀ ਲੈਣੀ ਹੈ ਲੈ ਲਈ। ਕਹਿੰਦੇ ਹੁਣ ਘਰ ਚਲਿਆ ਗਿਆ। ਘਰੇ ਗਿਆ ਜਾ ਬੜਾ ਹੈਰਾਨ, ਚਿਹਰਾ ਪਰੇਸ਼ਾਨ ਹੈ। ਇੱਕ ਦਿਨ ਲੰਘਿਆ, 2 ਦਿਨ ਲੰਘੇ। ਘਰ ਵਾਲੀ ਕਹਿੰਦੀ, ਪਤੀ ਜੀ ਇਹ ਨਿਰਾਸ਼ ਕਿਉਂ ਲੱਗਦੇ ਹੋ, ਉਦਾਸ ਕਿਉਂ, ਕੀ ਗੱਲ ਹੈ ਦੱਸੋ। ਹੁਣ ਰਿਹਾ ਨਾ ਗਿਆ। ਕਹਿਣ ਲੱਗਿਆ ਭਗਵਾਨ ਨੇ ਸੱਚ ਇਹ ਹੈ ਜਿਹੜਾ ਕੰਗਣ ਲਿਆਂਦਾ ਸੀ ਨਾ ਮੈਂ, ਮੇਰਾ ਕੋਈ ਸ਼ਰਧਾਲੂ ਨਹੀਂ ਸੀ। ਹੁਣ ਸੱਚ ਦੱਸ ਦਿੱਤਾ, ਮੇਰਾ ਸ਼ਰਧਾਲੂ ਕੋਈ ਨਹੀਂ ਸੀ। ਮੈਂ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਗਿਆ ਸੀ। ਇੱਕ ਚਮਾਰ ਸੁਧਰ ਜੁੱਤੀਆਂ ਕੱਢਣ ਵਾਲਾ ਉਹਨੇ ਟਕਾ ਦਿੱਤਾ ਸੀ। ਆਖਿਆ ਸੀ ਵੀ ਗੰਗਾ ਨੂੰ ਭੇਟ ਦੇਈ, ਤਾਂ ਦੇ ਹੱਥ ਬਾਹਰ ਕੱਢੇ ਤੇ ਸੱਚਮੁੱਚ ਗੰਗਾ ਨੇ ਹੱਥ ਬਾਹਰ ਕੱਢ ਕੇ ਉਹਦੀ ਭੇਟਾ ਲਈ। ਤੇ ਗੰਗਾ ਨੇ ਆ ਕੰਗਣ ਰਵਿਦਾਸ ਜੀਆਂ ਦੇ ਵਾਸਤੇ ਦਿੱਤਾ ਸੀ। ਮੇਰਾ ਮਨ ਬੇਈਮਾਨ ਹੋ ਗਿਆ ਤੇ ਮੈਂ ਆਪਣੇ ਘਰ ਲੈ ਆਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰਮੁਖੋ ਝੂਠ ਤੇ ਝੂਠ ਦੋ ਚੀਜ਼ਾਂ ਜ਼ਿੰਦਗੀ ਦੇ ਅੰਦਰ, ਇੱਕ ਝੂਠ ਬੋਲਣਾ ਤੇ ਦੂਸਰਾ ਝੂਠ, ਇਹ ਬੰਦੇ ਨੂੰ ਖਤਮ ਕਰ ਦਿੰਦੀਆਂ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਪਾਪ ਕੀਤਾ ਹੈ, ਇਹਦੀ ਸਜ਼ਾ ਵੀ ਮਿਲਣੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਨਾ, ਦੱਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜ ਨਾ। ਕਿਸੇ ਗਵਾਂਢੀ ਨੂੰ ਦੋਸ਼ ਨਹੀਂ ਦੇ ਸਕਦਾ ਹੈ, ਤੇਰੇ ਕਰਮਾਂ ਦੇ ਨਵੇੜੇ ਨੇ। ਕਿਉਂ ਤੂੰ ਝੂਠ ਬੋਲਿਆ ਹੈ ਤਾਂ ਆ ਸਜ਼ਾ ਮਿਲ ਰਹੀ ਹੈ ਅੱਜ। ਸਤਿਗੁਰੂ ਮਹਾਰਾਜ ਵੀ ਸਮਝਾਉਂਦੇ ਨੇ, ਭਾਈ ਆਪਣੇ ਕਰਮਾਂ ਦੇ ਫਲ ਮਿਲਣੇ ਨੇ, ਤੈਨੂੰ ਕਿਸੇ ਨੂੰ ਨਹੀਂ ਦੇ ਸਕਦਾ। ਉਹ ਜੈਸਾ ਬੀਤੇਗਾ ਬਟੇਗਾ ਮਨ ਮੇਰਿਆ, ਫਲ ਤੇਰੇ ਕਰਮ ਬੀਤੇਗਾ ਬਟੇਗਾ ਮਨ ਮੇਰਿਆ, ਫਲ ਤੇਰੇ ਕਰਮ
ਕਰਮਾਂ ਦੇ ਨਵੇੜੇ ਨੇ। ਹੁਣ ਬੀਜ ਬੈਠਾ ਮਾੜਾ ਪੰਡਤ ਜਗਾ ਰਾਮ, ਹੁਣ ਕੀਤੇ ਤੇ ਪਛਤਾਵਾ ਵੀ ਉਹ ਮਨਾ। ਜਿਵੇਂ ਇਹ ਕੰਗਣ ਰਵਿਦਾਸ ਜੀਆਂ ਨੂੰ ਭੇਟ ਕਰ ਦਿੰਦਾ ਤੇ ਅੱਜ ਆਹ ਸਮਾਂ ਨਾ ਦੇਖਣਾ ਪੈਂਦਾ। ਮਾਇਆ ਦੇ ਲਾਲਚ ਵਿੱਚ ਹੋ ਕਰਕੇ ਝੂਠ ਬੋਲਿਆ ਏ, ਆਹ ਹੁਣ ਸਜ਼ਾ ਮਿਲਦੀ ਹੈ। ਆਪਣੀ ਘਰ ਵਾਲੇ ਨੂੰ ਦੱਸ ਦਿੱਤਾ, ਕਹਿੰਦਾ ਮੇਰਾ ਕੋਈ ਸਰਦਾਲੂ ਨਹੀਂ ਸੀ, ਇਹ ਤਾਂ ਰਵਿਦਾਸ ਜੀਆਂ ਦੇ ਵਾਸਤੇ ਕੰਗਣ ਗੰਗਾ ਨੇ ਦਿੱਤਾ ਸੀ। ਮੇਰਾ ਮਨ ਬੇਈਮਾਨ ਹੋ ਗਿਆ ਏ, ਮੈਂ ਕੰਗਣ ਘਰੇ ਲਿਆਂਦਾ ਏ ਤੇ ਰਾਜੇ ਨੇ ਹੁਕਮ ਦਿੱਤਾ ਹੈ ਇਹਦੇ ਨਾਲ ਦਾ ਕੰਗਣ ਚਾਹੀਦਾ ਹੈ। ਮਾਇਆ ਜਿੰਨੀ ਮਰਜ਼ੀ ਲੱਗ ਜਾਵੇ, ਜੇ ਨਾ ਲਿਆਂਦਾ ਕੰਗਣ ਤੇ ਮੌਤ ਦੇ ਘਾਟ ਉਤਾਰ ਦੇਵੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਘਰ ਵਾਲੀ ਕਹਿਣ ਲੱਗੀ, ਪਤੀ ਜੀ ਫਿਰ ਇਹ ਜੇ ਰਵਿਦਾਸ ਜੀਆਂ ਦੀ ਭੇਟਾ ਗੰਗਾ ਨੇ ਲਈ ਸੀ, ਇਹ ਦੁਨੀਆ ਦੇ ਵਿੱਚ ਹੋਰ ਕਿਸੇ ਦੇ ਵਿੱਚ ਤਾਕਤ ਨਹੀਂ, ਇਹਦੇ ਨਾਲ ਦਾ ਕੰਗਣ ਕੋਈ ਬਣਾ ਦੇਵੇ। ਇਹ ਰਵਿਦਾਸ ਜੀਆਂ ਦੇ ਵਿੱਚ ਸਮਰੱਥਾ ਤਾਕਤ ਹੈ, ਉਹ ਬਣਾ ਸਕਦੇ ਨੇ। ਤੇ ਆਪਾਂ ਰਾਜੇ ਨੂੰ ਸੱਚ ਦੱਸ ਦਿੰਦੇ ਹਾਂ। ਸਮਾਂ ਆਇਆ ਹੈ, ਕਹਿੰਦੇ ਰਾਜੇ ਕੋਲ ਜਾ ਕੇ ਫਰਿਆਦ ਕੀਤੀ ਪੰਡਤ ਗੰਗਾ ਰਾਮ ਨੇ, ਐ ਰਾਜਾ ਜੀ ਮੈਥੋਂ ਭੁੱਲ ਬਹੁਤ ਵੱਡੀ ਗਲਤੀ ਹੋ ਗਈ, ਇਦਾਂ ਦਾ ਜੇ ਕੰਗਣ ਲੈਣਾ ਹੈ ਤੇ ਦੁਨੀਆ ਦੇ ਵਿੱਚ ਕਿਸੇ ਕੋਲ ਤਾਕਤ ਨਹੀਂ, ਇਹਦੇ ਵਰਗਾ ਕੋਈ ਕੰਗਣ ਬਣਾ ਦੇਵੇ। ਕਹਿੰਦੇ ਇੱਕੋ ਇੱਕ ਰਵਿਦਾਸ ਹੈ, ਸਾਰੀ ਗੱਲ ਦੱਸ ਦਿੱਤੀ। ਜੇ ਇਹਦੇ ਨਾਲ ਦਾ ਕੰਗਣ ਚਾਹੀਦਾ ਤੇ ਇਹਦੇ ਨਾਲ ਦਾ ਕੰਗਣ ਰਵਿਦਾਸ ਜੀ ਬਣਾ ਸਕਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਰਾਜੇ ਨੇ ਹੁਕਮ ਕਰ ਦਿੱਤਾ, ਇੱਥੋਂ ਰਾਜੇ ਮਹਾਰਾਜਿਆਂ ਨੂੰ, ਉਹਨਾਂ ਨੂੰ ਕਿਸੇ ਤੱਕ ਕੀ ਆਪਣੇ ਰਾਜ ਭਾਗ ਦਾ ਹੰਕਾਰ, ਹੁਕਮ ਕਰ ਦਿੱਤਾ। ਕਹਿੰਦਾ ਜਾਓ ਨਾਲ ਪੰਡਤ ਨੂੰ, ਕਹਿੰਦਾ ਤੂੰ ਚੱਲ ਤੇ ਉਸ ਰਵਿਦਾਸ ਨੂੰ ਮੇਰੇ ਮਹਿਲਾਂ ਵਿੱਚ ਲੈ ਕੇ ਆਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਰਾਜੇ ਮਹਾਰਾਜਿਆਂ ਨੂੰ ਕੀ, ਜਿਹੜੇ ਜਾਣਦੇ ਨਹੀਂ, ਪਤਾ ਨਹੀਂ ਵੀ ਰੱਬ ਦੇ ਨਾਲ ਜੁੜੇ ਹੋਏ ਖੁਦ ਅਵਤਾਰ ਰੱਬ ਪਰਮਾਤਮਾ ਆਪ ਨੇ, ਸਿਪਾਹੀਆਂ ਨੂੰ ਹੁਕਮ ਕਰ ਦਿੱਤਾ। ਕਹਿੰਦੇ ਨਾਲ ਪੰਡਤ ਚਲਿਆ ਏ, ਕਿੱਥੇ ਹੈ ਦੱਸੋ। ਪੰਡਤ ਨੇ ਤੁਰਿਆ ਹੁੰਦਾ ਏ ਤੇ ਨਾਲੇ ਬਰਾਗ ਹੈ ਮਨ ਵਿੱਚ, ਰਵਿਦਾਸ ਜੀਆਂ ਦੇ ਚਰਨਾਂ 'ਚ ਜੋਦੜੀਆਂ ਕਰ ਰਹੇ ਹੈ ਰਵਿਦਾਸ ਜੀ। ਸੱਚੇ ਪਾਤਸ਼ਾਹ ਭੁੱਲ ਆ ਗਈ, ਸਤਿਗੁਰੂ ਰਵਿਦਾਸ ਮਹਾਰਾਜ ਜੀਆਂ ਦੇ ਚਰਨਾਂ ਅੰਦਰ ਜੋਦੜੀਆਂ ਕਰ ਰਹੇ ਪੰਡਤ। ਮੇਰੀ ਇਹੋ ਅਰਜ਼ੀ ਏ, ਉਹੇ ਜਾ ਬਣਾ ਲਈ ਮਾਲਕਾ, ਜਿਵੇਂ ਤੇਰੀ ਮਰਜ਼ੀ ਏ, ਉਹੇ ਜਾ ਬਣਾ ਲਈ ਮਾਲਕਾ, ਜਿਵੇਂ ਤੇਰੀ ਮਰਜ਼ੀ ਏ, ਮੇਰੀ ਇਹੋ ਮਰਜ਼ੀ ਹੈ। तेरी मर्जी है, ओहे जा बना ले मालका, जिमें तेरी मर्जी है। साडा तू ही मौला साईया, साडा तू Oh,
ਹੁੰਦਾ ਨਾ, ਰੱਬ ਜਦੋਂ ਦੁੱਖ ਆਉਂਦਾ ਨਾ, ਦੁੱਖ ਵੇਲੇ ਰੱਬ ਚੇਤੇ ਆਉਂਦਾ ਗੁਰਮੁਖ। ਹੁਣ ਗੰਗਾ ਰਾਮ ਜੋਦੜੀਆਂ ਕਰਦਾ ਹੁੰਦਾ ਸਤਿਗੁਰੂ ਰਵਿਦਾਸ ਮਹਾਰਾਜ ਜੀ, ਆਪ ਜੀ ਕਿਰਪਾ ਕਰੋ, ਤੁਹਾਡੇ ਹੱਥ ਹੈ ਮੇਰੀ ਜ਼ਿੰਦਗੀ, ਇਹਦੇ ਨਾਲ ਦਾ ਜੇ ਕੰਗਣ ਦੇ ਦਿੱਤਾ ਹੈ ਇਹ ਰਾਜਾ ਛੱਡ ਦੇਵੇਗਾ, ਤੇ ਜੇ ਨਾ ਕੰਗਣ ਦਿੱਤਾ ਤੇ ਰਾਜਾ ਮੈਨੂੰ ਮਾਰ ਦੇਵੇਗਾ। ਅੱਗੇ ਅੱਗੇ ਭੱਜਿਆ ਆਉਂਦਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ 'ਚ ਆ ਕੇ ਡਿੱਗ ਪਿਆ ਹੈ, ਤੇ ਨਾਲੇ ਭੁੱਬਾ ਮਾਰ ਰਹੇ, ਉੱਚੀ ਉੱਚੀ ਰੋ ਰਿਹਾ, ਸੱਚੇ ਪਾਤਸ਼ਾਹ ਕਿਰਪਾ ਕਰੋ। ਇੱਕੋ ਹੀ ਅਰਦਾਸ ਕਰ ਰਿਹਾ ਹੈ ਸਤਿਗੁਰੂ ਰਵਿਦਾਸ, ਸਤਿਗੁਰ ਪਿਆਰੇ ਮੇਰੀ ਬਿਗੜੀ ਸਵਾਰ ਦੇ, ਸਤਿਗੁਰ ਪਿਆਰੇ ਮੇਰੀ ਬਿਗੜੀ ਸਵਾਰ ਦੇ, ਸਤਿਗੁਰ ਪਿਆਰੇ ਮੇਰੀ ਬਿਗੜੀ ਸਵਾਰ ਦੇ, ਸਤਿਗੁਰ ਪਿਆਰੇ ਮੇਰੀ ਪੰਡਤ ਗੰਗਾ ਰਾਮ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ 'ਚ ਜੋਦੜੀਆਂ ਐ ਸਤਿਗੁਰੂ ਮਹਾਰਾਜ ਬਹੁਤ ਵੱਡੀਆਂ ਭੁੱਲਾਂ ਗਲਤੀਆਂ ਹੋ ਗਈਆਂ। ਸੱਚੇ ਪਾਤਸ਼ਾਹ ਇਹ ਮਾਇਆ ਦੇ ਲਾਲਚ ਵਿੱਚ ਹੋ ਕਰਕੇ ਮੈਂ ਅੰਨਾ ਹੋ ਗਿਆ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਰੋਲ ਚੋਲਾ। ਸੱਚੇ ਪਾਤਸ਼ਾਹ ਮੈਂ ਕੰਗਣ ਆਪਣੇ ਘਰੇ ਲੈ ਗਿਆ ਸੀ ਤੇ ਰਾਜਾ ਮੈਨੂੰ ਮਾਰ ਦੇਵੇਗਾ। ਸਾਰੀ ਵਾਰਤਾ ਦੱਸੀ। ਸੱਚੇ ਪਾਤਸ਼ਾਹ ਕਿਰਪਾ ਕਰੋ, ਹੁਣ ਮੇਰਾ ਉਧਾਰ, ਮੇਰਾ ਭਲਾ ਕਰੋ। ਗਲਤੀਆਂ ਭੁੱਲਾਂ ਹੋ ਗਈਆਂ। ਮਹਾਰਾਜ ਕਹਿੰਦੇ ਸੁਤ ਅਪਰਾਧ ਕਰਤ ਹੈ ਜੀਤੇ। ਕਹਿੰਦੇ ਭਾਵੇਂ ਸੁਤ ਕਹਿੰਦੇ ਨੇ ਪੁੱਤਰ ਨੂੰ, ਪੁੱਤਰ ਕਿੰਨੀਆਂ ਮਰਜ਼ੀ ਗਲਤੀਆਂ ਕਰ ਦੇਵੇ, ਜਨਨੀ ਚੀਤ ਨ ਰਾਖਸ ਤੇ ਦਿੱਤੇ। ਮਾਂ ਆਪਣੇ ਪੁੱਤਰਾਂ ਦੀਆਂ ਗਲਤੀਆਂ ਨੂੰ ਮਿੰਟ 'ਚ ਦੀ ਭੁੱਲ ਜਾਂਦੀ ਹੈ। ਆਖੋ ਸਤਿਨਾਮ। ਏਦਾਂ ਹੀ ਗੁਰੂ ਹੈ ਸਾਡਾ। ਗੁਰੂ ਵੀ ਸਾਡੀਆਂ ਗਲਤੀਆਂ ਨਹੀਂ ਸਰਦਾ ਨਾਲ ਬੇਨਤੀ ਕਰੀਏ ਤੇ ਮਹਾਰਾਜ ਬਖਸ਼ ਦਿੰਦੇ ਨੇ। ਪਿਛਲੇ ਔਗੁਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ, ਬਖਸ਼ ਦਿੰਦੇ ਨੇ। ਰਵਿਦਾਸ ਮਹਾਰਾਜ ਕਹਿਣ ਲੱਗੇ ਕੋਈ ਨਹੀਂ ਪੰਡਤ ਜੀ, ਕੋਈ ਗੱਲ ਨਹੀਂ। ਹੁਣ ਨਾਲ ਸਿਪਾਹੀ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨਾਲ ਚੱਲੇ ਨੇ ਗਾਜੀਪੁਰ ਵਿਖੇ। ਹੁਣ ਸਤਿਗੁਰੂ ਮਹਾਰਾਜ ਜੀ ਨੇ ਆਪਣਾ ਸਮਾਨ ਸਾਰਾ ਨਾਲ ਚੱਕ ਲਿਆ, ਜੋੜੇ ਗੰਢਣ ਵਾਲਾ ਆਰ ਰੰਬੀ ਸਭ ਕੁਝ, ਜਿਹਦੇ ਪੱਥਰ ਜੁੱਤੀਆਂ ਗੰਢਦੇ ਨੇ।
ਲਾਗੀ ਆਪਣੀ ਕਿਰਤ ਲੱਗ ਕੇ ਕਰਨ। ਰਾਜੇ ਨੂੰ ਕਹਿ ਦਿੱਤਾ ਹੈ, ਰਾਜਨ ਰਵਿਦਾਸ ਜੀ ਆ ਗਏ, ਤੁਸੀਂ ਆਪ ਉਹਨਾਂ ਦੇ ਨਾਲ ਗੱਲਬਾਤ ਕਰ ਲਵੋ। ਦੇਖੋ ਸਤਿਗੁਰੂ ਰਵਿਦਾਸ ਮਹਾਰਾਜ ਜਿਨ੍ਹਾਂ ਨੂੰ ਵੀ ਤਾਰਿਆ ਨਾ ਪ੍ਰੈਕਟੀਕਲ ਕਰਕੇ ਸਮਝਾਇਆ ਮਹਾਰਾਜ ਨੇ। ਪ੍ਰੈਕਟੀਕਲ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਮਝਾਇਆ। ਹੁਣ ਜੁੱਤੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਰਵਿਦਾਸ ਮਹਾਰਾਜ ਆਏ ਨੇ, ਸਤਿਗੁਰੂ ਮਹਾਰਾਜ ਜੀ ਨੇ ਦਰਸ਼ਨ ਕੀਤੇ। ਜਿਹੜਾ ਆਪਣੇ ਰਾਜ ਭਾਗ ਦਾ ਹੰਕਾਰ ਸੀ ਉਹ ਦੂਰ ਹੋ ਗਿਆ। ਆਖੋ ਸਤਿਨਾਮ ਵਾਹਿਗੁਰੂ। ਸਤ ਸੰਗਤ ਰਾਜੇ ਤੇ ਰਾਣੀ ਨੇ ਬੇਨਤੀ ਕੀਤੀ। ਕਹਿਣ ਲੱਗੇ, ਐ ਰਾਜਨ ਰਵਿਦਾਸ ਮਹਾਰਾਜ ਜੀ ਨੂੰ, ਐ ਰਵਿਦਾਸ ਜੀ ਇਹ ਕੰਗਣ ਰਾਣੀ ਖੇੜੇ ਪੈ ਗਈ, ਇਹਦੇ ਨਾਲ ਦਾ ਹੀ ਕੰਗਣ ਚਾਹੀਦਾ ਹੈ, ਕਿਰਪਾ ਕਰੋ ਇਹਦੇ ਨਾਲ ਦਾ ਕੰਗਣ ਬਣਾ ਦਿਓ। ਉਧਰ ਪੰਡਤ ਗੰਗਾ ਰਾਮ ਵੀ ਬੇਨਤੀਆਂ ਕਰ ਰਹੇ ਆ, ਕਿਉਂਕਿ ਸਤਿਗੁਰੂ ਰਵਿਦਾਸ ਮਹਾਰਾਜ ਜਦੋਂ ਰਾਜੇ ਤੇ ਰਾਣੀ ਭਾਵਨਾ ਦੇ ਵਿੱਚ ਆ ਕੇ ਸਰਧਾ ਨਾਲ ਅਰਦਾਸ ਬੇਨਤੀ ਜੋਦਰੀ ਕਰ ਰਹੇ ਨੇ। ਕਿਉਂਕਿ ਕੋਈ ਵੀ ਭਾਵਨਾ ਨਾਲ ਅਰਦਾਸ ਕਰਦਾ ਮਹਾਰਾਜ ਪ੍ਰਵਾਨ ਕਰਦੇ ਨੇ। ਹੁਣ ਕੰਗਣ ਦੀ ਆਸ ਲੈ ਕੇ ਆਏ। ਰਾਣੀ ਨੂੰ ਤਾਂ ਇਉਂ ਵੀ ਮੈਨੂੰ ਇਹਦੇ ਨਾਲ ਦਾ ਕੰਗਣ ਮਿਲਿਆ, ਮੇਰੇ ਦੋਨੇ ਹੱਥਾਂ ਵਿੱਚ ਪਾਇਆ, ਬੜੇ ਸੋਹਣੇ ਲੱਗਿਆ ਕਰਨ। ਤੇ ਪੰਡਤ ਨੂੰ ਇਉਂ ਗੰਗਾ ਰਾਮ ਨੂੰ ਜੇ ਇਹਦੇ ਨਾਲ ਦਾ ਕੰਗਣ ਮਿਲ ਗਿਆ ਹੈ ਤੇ ਰਾਜਾ ਮੇਰੀ ਜਾਨ ਬਖਸ਼ ਦੇਵੇਗਾ। ਤੇ ਹੁਣ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਦੇ ਅੰਦਰ ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਹਰੇ ਬਿਰਧ ਸੁਆਮੀ ਸੰਦਾ। ਇਹ ਗੁਰੂ ਦਾ ਬਿਰਧ ਹੈ। ਜੋ ਵੀ ਆਵੇ ਤੇ ਸਤਿਗੁਰੂ ਮਹਾਰਾਜ ਉਹਦੀਆਂ ਝੋਲੀਆਂ ਭਰ ਦਿੰਦੇ ਨੇ। ਕਿਉਂਕਿ ਰਵਿਦਾਸ ਗੁਰੂ, ਰਵਿਦਾਸ ਗੁਰੂ ਕਰਦਾ ਸਭਨਾਂ ਦੀ ਆਸ। ਕਰਦਾ ਸਭਨਾਂ ਦੀ ਆਸ। ਸਾਰੇ ਪੜਿਓ ਗੱਜ ਕੇ ਰਵਿਦਾਸ ਗੁਰੂ, ਰਵਿਦਾਸ ਗੁਰੂ ਕਰਦਾ ਸਭਨਾਂ ਦੀ ਆਸ। ਰਵਿਦਾਸ ਗੁਰੂ, ਰਵਿਦਾਸ ਗੁਰੂ ਕਰਦਾ ਸਭਨਾਂ ਦੀ ਆਸ। ਕਹਿੰਦੇ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੇ ਜੁੱਤੀਆਂ ਗੰਢਦੇ ਨੇ ਨਾ। ਮਹਾਰਾਜ ਕਹਿਣ ਲੱਗੇ, ਲਓ ਰਾਜਨ ਜੀ ਇਹਦੇ ਨਾਲ ਦਾ ਕੰਗਣ ਆ ਪੱਥਰ ਚੱਕ ਲਓ, ਜਿਹੜਾ ਕੋਈ ਹੈ ਇਹਦੇ ਨਾਲ ਦਾ ਮਿਲਾ ਲਵੋ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਜਦ ਜੇ ਤੇ ਜੁੱਤੀਆਂ ਰਵਿਦਾਸ ਮਹਾਰਾਜ ਗੰਢਦੇ ਨੇ, ਰਾਜੇ ਤੇ ਰਾਣੀ ਨੇ ਪਰੇ ਤੱਕਿਆ। ਇੱਕ ਕੰਗਣ ਦੀ ਕੀ ਗੱਲ, ਇੱਕ ਕੰਗਣ ਪਿੱਛੇ ਰੌਲਾ ਪਿਆ ਸੀ ਤੇ ਹੁਣ ਅਨੇਕ ਹੀ ਕੰਗਣ ਪਏ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅਨੇਕ ਹੀ ਕੰਗਣ ਪਏ ਨੇ। ਕੰਗਣ ਦੇਖੇ ਹੁਣ ਰਿਹਾ ਨਹੀਂ ਗਿਆ। ਉਸ ਵੇਲੇ ਰਾਜਾ ਤੇ ਰਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ 'ਚ ਢਹਿ ਪਏ। ਸੱਚੇ ਪਾਤਸ਼ਾਹ, ਅਸੀਂ ਇੱਕ ਕੰਗਣ ਪਿੱਛੇ ਇਸ ਪੰਡਤ ਨੂੰ ਮਾਰਨ ਵਾਸਤੇ ਤਿਆਰ ਸੀ। ਸੱਚੇ ਪਾਤਸ਼ਾਹ, ਇੱਥੇ ਤੱਕ ਕੰਗਣਾਂ ਦੀ ਨਦੀ ਵਗਾ ਦਿੱਤੀ ਹੈ। ਕਿਹੜੇ ਕੰਗਣ ਦੀ ਗੱਲ ਕਰੀਏ? ਸਾਧ ਸੰਗਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਦ ਢਹਿ ਪਏ ਤੇ ਰਵਿਦਾਸ ਮਹਾਰਾਜ ਜੀ ਨੇ ਉਸ ਵੇਲੇ
ਰਾਜੇ ਤੇ ਰਾਣੀ ਨੂੰ ਨਾਮ ਦੀ ਦਾਤ ਦਿੱਤੀ, ਸਮਝਾਇਆ ਐ ਰਾਜਨ ਇਹ ਮਨੁੱਖਾ ਜਨਮ ਮਿਲਿਆ ਬਾਰ-ਬਾਰ ਨਹੀਂ ਮਿਲਣਾ ਹੈ, ਕਿਉਂ ਇਸ ਰਾਜ ਭਾਗ ਦੇ ਹੰਕਾਰ ਅੰਦਰ ਇਹ ਮਨੁੱਖਾ ਜਨਮ ਬਰਬਾਦ ਕਰ ਰਹੇ ਹੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਹੁਤ ਜਨਮ ਵਿਚਰੇ ਥੇ ਮਾਧੋ ਇਹੋ ਜਨਮ ਤੁਮਾਰੇ ਦੇਖੇ। ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਾਇਓ ਦਰਸ਼ਨ। ਦੇਖੇ। ਸਤਿਗੁਰੂ ਰਵਿਦਾਸ ਮਹਾਰਾਜ ਜੀਆਂ ਦੇ ਚਰਨਾਂ 'ਚ ਢਹਿ ਪਏ ਤੇ ਉਸ ਸਮੇਂ ਤੋਂ ਸਤਿਗੁਰੂ ਰਵਿਦਾਸ ਮਹਾਰਾਜ ਜੀਆਂ ਦੇ ਉਹ ਰਾਜਾ ਤੇ ਰਾਣੀ ਵੀ ਸ਼ਰਧਾਲੂ ਪੱਕੇ ਸੇਵਕ ਬਣ ਗਏ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਰਹਿੰਦਾ ਹੋਇਆ ਸਮਾਂ ਤੇ ਉਸ ਪੰਡਤ ਨੇ ਵੀ ਸਮਝਾਇਆ ਇਹ ਪੰਡਤ ਦੇਖ ਇੱਕ ਸੱਚ ਨੂੰ ਲੁਕਾਉਣ ਵਾਸਤੇ ਕਿੰਨੇ ਝੂਠ ਬੋਲੇ ਤੂੰ, ਤੇ ਝੂਠ ਦੀ ਸਜ਼ਾ ਕੀ ਹੈ ਦੇਖ, ਜਿੱਦਾਂ ਦੇ ਕੋਈ ਕਰਮ ਕਰਦਾ ਉਹਦਾ ਫਲ ਵੀ ਮਿਲਦਾ ਹੈ। ਜ਼ਿੰਦਗੀ ਦੇ ਅੰਦਰ ਝੂਠ ਤੇ ਝੂਠ ਬੰਦੇ ਨੂੰ ਖਤਮ ਕਰ ਦਿੰਦੀਆਂ ਨੇ। ਉਸ ਪੰਡਤ ਨੂੰ ਵੀ ਨਾਮ ਦੀ ਦਾਤ ਦੇ ਕੇ ਸੱਚ ਦੇ ਰਸਤੇ ਤੇ ਤੋਰਿਆ। ਉਹ ਪੰਡਤ ਰਾਜਾ ਤੇ ਰਾਣੀ ਬਸ ਇੱਕੋ ਹੀ ਅਰਦਾਸਾਂ ਕਰ ਰਹੇ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਦੇ ਅੰਦਰ। ਅਤੇ ਬਾਦਸ਼ਾਹ ਬਸ ਜਿਹੜਾ ਸਮਾਂ ਬਤੀਤ ਹੋ ਗਿਆ ਪਹਿਲਾਂ ਭੁੱਲਾਂ ਗਲਤੀਆਂ ਦੇ ਅੰਦਰ, ਅੱਗੇ ਸਮਝ ਤਲੋ ਨੰਦ ਲਾਲਾ ਪਿਛਲਾ ਜਨਮ ਅਕਾਰਤ ਹੋਇਆ ਹਰ ਕੀ ਭਗਤਨਾ ਕੀਤੀ, आगे समझ तलो नंद लाला पाछे जो बीती सो बीती। यही अरदासा कर रहे ने हाथ जोड़ के सतगुरु रविदास महाराज जी के चरणों में अंदर। मोहे ना विसारो मैं जान तेरा, मोहे ना विसारो मैं जान तेरा। मालवे के खेतर में महाराज धन श्री गुरु धन धन 111 संत बाबा आदर सिंह महाराज अचता धारणा के अंदर कीर्तन आरंभ किया है। जिवें माइयां ब्याह विच गीत गाउंदियां ने उसी उसी बोलदियां ने चाह होंदा है। सतगुरु संत बाबा आदर सिंह महाराज जी ने सानू जोड़िया है गुरबाणी के नाल। सारे संगत नाल बोलियो जी साडी रसना विच मिल जावे। आपां भी अरदास बेनती करिए तेरे पासा होए ना विसारो मैं जान तेरा, होए ना विसारो मैं जान तेरा।
ਸਾਰੂ ਮੈਂ ਜਨ ਤੇਰਾ। ਉਸ ਵੇਲੇ ਤੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਿੱਖਿਆ ਦਿੱਤੀ, ਸਮਝਾਇਆ ਹੈ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਉਹ ਰਾਜਾ ਤੇ ਰਾਣੀ, ਉਹ ਪੰਡਤ ਵੀ ਸਤਿਗੁਰੂ ਮਹਾਰਾਜ ਜੀ ਦੇ ਸ਼ਰਧਾਲੂ ਬਣ ਗਏ। ਸੋ ਆਓ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਣ ਬਹੁਤ ਜ਼ਿਆਦੇ ਨੇ, ਇਸ ਜੀਵਾ ਤੋਂ ਗਾ ਨਹੀਂ ਸਕਦੇ। ਅਸੰਗਤ ਵਿੱਚ ਬੈਠਣ ਦਾ ਅਧਿਕਾਰ ਆਪਾਂ ਪਹਿਲਾਂ ਵਿਚਾਰ ਕੀਤੀ ਹੈ, ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਦਿੱਤਾ ਹੈ। ਪਹਿਲਾਂ ਗੁਰਮੁਖ ਕਿੱਥੇ ਸਾਨੂੰ ਸੰਗਤ ਵਿੱਚ ਬੈਠਣ ਦਾ ਸਮਾਂ ਮਿਲਦਾ ਸੀ। ਬੈਠਣਾ ਤਾਂ ਬੜੀ ਦੂਰ ਦੀ ਗੱਲ, ਕੋਲ ਦੇ ਵੀ ਨਹੀਂ ਲੰਘਣ ਦਿੱਤਾ ਜਾਂਦਾ ਸੀ। ਇਹ ਕਿਰਪਾ ਕੀਤੀ, ਆਪ ਕੀਰਤਨ ਕਰਦੇ ਆ, ਕਥਾ ਕਰਦੇ ਆ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਇਹ ਦਾਤ ਹੈ। ਅੱਜ ਬੜੀ ਖੁਸ਼ੀ ਹੁੰਦੀ ਹੈ, ਕਿੱਡੇ ਕਿੱਡੇ ਅਹੁਦਿਆਂ ਤੇ ਸਾਡੇ ਨੌਜਵਾਨ ਵੀਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਫੁੱਲਵਾੜੀ ਦੇ ਫੁੱਲ, ਕੋਈ ਡਾਕਟਰ, ਕੋਈ ਵਕੀਲ, ਕੋਈ ਇੰਜੀਨੀਅਰ, ਕਿੱਡੇ ਕਿੱਡੇ ਅਹੁਦਿਆਂ ਤੇ ਵਿਰਾਜਮਾਨ ਨੇ। ਇਹ ਸਭ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਦੇਣ ਹੈ। ਸੋ ਆਓ, ਗੁਰਮੁਖ ਪਰਿਵਾਰ ਤੇ ਵੀ ਸਤਿਗੁਰੂ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਹੋਈ। ਸਰਦਾਰ ਪੱਪੂ ਸਿੰਘ ਜੀ ਮਹਿਮੀ ਸਾਹਿਬ, ਜਿਨ੍ਹਾਂ ਦੇ ਹੋਣਹਾਰ ਸੁਪੁੱਤਰ ਕਾਕਾ ਬੂਟਾ ਸਿੰਘ ਜੀ, ਜਿਨ੍ਹਾਂ ਨੇ ਦੇਸ਼ ਦੀ ਸੇਵਾ ਕਰਦਿਆਂ ਆਰਮੀ ਦੇ ਅੰਦਰ ਸੇਵਾ ਮੁਕਤ ਹੋ ਕਰਕੇ ਰਿਟਾਇਰਮੈਂਟ ਦੀ ਖੁਸ਼ੀ ਅੰਦਰ ਸਤਿਗੁਰੂ ਮਹਾਰਾਜ ਜੀ ਦੀ ਗੁਰਬਾਣੀ ਦੇ ਓਟ ਆਸਰੇ ਲਏ। ਉਪਰੰਤ ਵੱਡੇ ਵੱਡੀਆਂ ਹਰਜਸ ਕੀਰਤਨ ਹੋਇਆ ਹੈ। ਕੀਰਤਨ ਕਰਦਿਆਂ, ਵਿਚਾਰ ਕਰਦਿਆਂ ਦਾਸਰਿਆਂ ਪਾਸੋਂ ਬੇਅੰਤ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਅਣਜਾਣ ਬੱਚੇ ਸੇਵਾਦਾਰ ਸਮਝ ਕੇ ਮਾਫ ਕਰਨਾ ਜੀ। ਆਓ, ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਅੰਦਰ ਅਰਦਾਸ ਬੇਨਤੀ ਹੈ। ਸੱਚੇ ਪਾਤਸ਼ਾਹ ਗੁਰਮੁਖ ਪਰਿਵਾਰ ਦੇ ਸਾਰੇ ਹੀ ਪਰਿਵਾਰ ਤੇ ਮੇਰਾ ਭਰਿਆ ਹੱਥ ਰੱਖੀ। ਗੁਰਸਿੱਖੀ ਨਾਮ ਦੀਆਂ ਦਾਤਾਂ, ਸੇਵਾ ਸਿਮਰਨ ਦੀਆਂ ਦਾਤਾਂ, ਚੜ੍ਹਦੀ ਕਲਾ ਵਾਲਾ ਜੀਵਨ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ। ਇਹ ਆਪਣਾ ਪਰਿਵਾਰ ਹੈ, ਕਿਉਂਕਿ ਬਚਪਨ ਭਾਈ ਬੂਟਾ ਸਿੰਘ ਜੀ ਦੇ ਨਾਲ ਅਸੀਂ ਇਕੱਠੇ ਬਿਤਾਇਆ। ਮੇਰੇ ਯਾਦ ਆ ਜਦੋਂ ਚੌਥੀ ਪੰਜਵੀਂ ਦੇ ਅੰਦਰ ਸਾਨੂੰ ਖਾਲਸਾ ਸਕੂਲ ਦੇ ਵਿੱਚ ਕਬੱਡੀ ਖਿਡਾਉਂਦੇ ਸਨ, ਅਸੀਂ ਸਾਰਿਆਂ ਨੇ ਇਕੱਠਿਆਂ ਨੇ ਖੇਡੇ ਆਏ। ਆਪਣਾ ਪਰਿਵਾਰ ਹੈ, ਸੋ ਬੜੀ ਖੁਸ਼ੀ ਹੁੰਦੀ ਹੈ ਜਦੋਂ ਪਰਿਵਾਰ ਚੜ੍ਹਦੀ ਕਲਾ ਵੱਲ ਜਾਂਦਾ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਗੁਰਸਿੱਖੀ ਨਾਮ ਦੀਆਂ ਦਾਤਾਂ ਦਿਨ ਦੁੱਗਣੀ ਰਾਤ ਚੌਗੁਣੀ ਗੁਰੂ ਮਹਾਰਾਜ ਜੀ ਤਰੱਕੀ ਬਖਸ਼ਿਸ਼ ਕਰਨ। ਸੋ ਆਓ, ਇਹ ਸਮਾਂ ਗੁਰੂ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਬਹੁਤ ਜਨਮ ਵਿਚਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਪਾਇਓ ਦਰਸ਼ਨ ਦੇਖੇ। ਇਸ ਸਮੇਂ ਨੂੰ, ਇਹ ਮਨੁੱਖਾ ਜਨਮ ਨੂੰ ਸਤਿਗੁਰੂ ਮਹਾਰਾਜ ਜੀ ਦੀ ਇਬਾਦਤ ਕਰਦੇ ਆ, ਨਾਮ ਦੇ ਨਾਲ ਜੁੜ ਕੇ ਕਿਰਤ ਕਮਾਈ ਕਰਦੇ ਆ। ਆਪਾਂ ਸਤਿਗੁਰੂ ਮਹਾਰਾਜ ਜੀ ਦੇ ਲੇਖੇ ਵਿੱਚ ਲੱਗ ਜਾਵੇ ਤਾਂ ਕਿ ਸਾਡਾ ਆਇਆ ਵੀ ਇਹ ਸਫਲਾ ਹੋ ਜਾਵੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਜਿਨ੍ਹਾਂ ਤੇ ਮਿਹਰ ਦੀ ਨਜ਼ਰ ਕਰਦੇ ਨੇ।